Hello dear students, welcome to Electric English. I am Piyush Jindal. The most common problem of most aspirants. ਆਪਾਂ ਇੰਗਲਿਸ਼ ਦੀ ਗੱਲ ਕਰਾਂਗੇ ਤੇ ਸੋਲੂਸ਼ਨ ਦੀ ਗੱਲ ਕਰਾਂਗੇ। ਸਟ੍ਰੈਟਜੀ ਦੀ ਵੀਡੀਓ ਪਾਈ ਸੀ ਜੀ ਸਬ ਇੰਸਪੈਕਟਰ ਦੇ ਕਲਰਕ ਦੀ। ਜ਼ਿਆਦਾਤਰ ਚੀਜ਼ਾਂ ਵਿੱਚ ਸਾਰਾ ਕੁਝ ਸਮਝਾਤਾ ਸੀ। ਜਿਹੜੇ ਸਟੂਡੈਂਟ ਨੇ ਨਹੀਂ ਦੇਖੀ ਪਹਿਲਾਂ ਇੱਕ ਵਾਰ ਉਹ ਵੀਡੀਓ ਦੇਖ ਕੇ ਫਿਰ ਇਹ ਵੀਡੀਓ ਦੇਖੋਗੇ ਤਾਂ ਜ਼ਿਆਦਾ ਬੈਨੀਫਿਟ ਹੋ ਜਾਊਗਾ ਜੀ। ਉਹ ਵੀਡੀਓ ਨੂੰ ਜ਼ਰੂਰ ਦੇਖ ਲਿਓ। ਉਸ ਵੀਡੀਓ ਤੇ ਇੱਕ ਕਮੈਂਟ ਆਇਆ ਜਿਹਨੇ ਮੈਨੂੰ ਸੋਚਣ ਤੇ ਮਜਬੂਰ ਕੀਤਾ। ਮੈਨੂੰ ਲੱਗਿਆ ਵੀ ਇਹ ਜ਼ਿਆਦਾਤਰ ਸਟੂਡੈਂਟਸ ਦੀ ਇਹ ਪ੍ਰੋਬਲਮ ਹੈ। ਤੁਸੀਂ ਜਾਂ ਤਾਂ ਬੈਚ ਲਿੱਤਾ ਹੋਇਆ ਆਲਰੇਡੀ ਜਾਂ ਨਹੀਂ ਵੀ ਲਿੱਤਾ, 2 ਮਹੀਨੇ ਰਹਿ ਗਏ ਕਲਰਕ ਦੀ ਤਿਆਰੀ ਕਰਨੀ ਹੈ, ਕਿਵੇਂ ਨਹੀਂ ਕਰਨੀ। ਮੈਂ ਐਕਚੁਅਲ 'ਚ ਤੁਹਾਨੂੰ ਡਿਫਾਈਨ ਕਰੂੰਗਾ ਵੀ ਬੱਚੇ ਆਹ 5 ਲੈਵਲਸ ਹੁੰਦੇ ਨੇ। ਇਹ 5 ਲੈਵਲਸ ਤੁਸੀਂ ਦੇਖੋ ਵੀ ਲੈਵਲ 0 ਤੇ ਖੜੇ ਹੋ, 1 ਤੇ ਖੜੇ ਹੋ, 2 ਤੇ ਖੜੇ ਹੋ, 3 ਤੇ ਖੜੇ ਹੋ, 4 ਤੇ ਖੜੇ ਹੋ। ਜੇ ਤੁਸੀਂ 4-5 ਲੈਵਲ ਪਾਰ ਕਰ ਵੀ ਲਏ ਫਿਰ ਵੀ ਨਹੀਂ ਗੱਲ ਬਣੀ ਤਾਂ ਫਿਰ ਤੁਸੀਂ ਦੱਸੂਗਾ ਵੀ ਲਾਸਟ ਤੇ ਕੀ ਕਰਨਾ ਚਾਹੀਦਾ, ਠੀਕ ਹੈ। ਤੇ ਵਰਸਸ ਬਾਕੀ 2-3 ਗੱਲਾਂ ਹੋਰ ਕਰੂੰਗਾ। ਸਭ ਤੋਂ ਪਹਿਲਾਂ ਕਮੈਂਟ ਪੜ੍ਹ ਲੈਣੇ ਜੀ। ਉਸ ਵੀਡੀਓ ਤੇ ਕਮੈਂਟ ਆਇਆ ਹੈ, ਹੈਲੋ ਸਰ ਮੇਰੇ ਨਾਲ ਇਹੀ ਚੀਜ਼ ਹੁੰਦੀ ਹੈ, ਮੈਂ ਆਨਸਰ ਤਾਂ ਕਰ ਆਉਣਾ ਬਟ ਸ਼ੋਰ ਨਹੀਂ ਹੁੰਦਾ ਕਿ ਇਹ ਕਿਉਂ ਆਨਸਰ ਗੈਸ ਮੰਨ ਲਓ ਜਾਂ ਥੋੜ੍ਹਾ ਜਿਹਾ ਹੈ ਨਾ ਵੀ ਜਿੰਨਾ ਵੀ ਪੜ੍ਹਿਆ ਉਹਨਾਂ ਮੰਨ ਲੈਂਦੇ ਆ ਐਂਡ ਵਾਰ ਇੰਗਲਿਸ਼ ਮਾਰਕਸ ਡਾਊਨ ਜਾਂਦੇ ਨੇ। ਹੁਣ ਇਸ ਲਾਈਨ ਤੋਂ ਮੈਂ ਤੰਤ ਕੀ ਕੱਢਦਾ ਜੀ। ਪਹਿਲੀ ਗੱਲ ਤਾਂ ਕੀ ਹੁੰਦਾ ਵੀ ਅਗਰ ਤੁਸੀਂ ਇਸ ਤਰੀਕੇ ਦੀ ਚੀਜ਼ ਕੀਤੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਆਪਣਾ ਸਿਲੇਬਸ ਚੰਗੀ ਤਰੀਕੇ ਨਾਲ ਕੰਪਲੀਟ ਨਹੀਂ ਹੈ, ਅੱਧੀ ਇਨਫੋਰਮੇਸ਼ਨ ਹੈ ਜਾਂ ਫਿਰ ਆਪਾਂ ਪੜ੍ਹੇ ਹੀ ਨਹੀਂ ਆ। ਤਾਂ ਜਿਹੜੀ ਵੀ ਚੀਜ਼ 'ਤੇ ਆਪਾਂ ਤੁੱਕਾ ਮਾਰ ਰਹੇ ਹਾਂ ਉਹ ਆਪਣੀ ਨੌਲੇਜ ਨਹੀਂ ਹੈ, ਜੋ ਤੁੱਕਾ ਹੀ ਹੈ। ਪਹਿਲੀ ਗੱਲ ਤਾਂ ਆਪਾਂ ਐਕਸੈਪਟ ਕਰਦੇ ਹਾਂ। ਦੂਸਰੀ ਚੀਜ਼, ਪਲੀਜ਼ ਹੈਲਪ ਮੀ ਸਰ, ਮੰਜ਼ਿਲ ਬੈਚ ਜੁਆਇਨ ਕਰਦਾ ਹਾਂ ਤਾਂ 26/6 ਨੂੰ ਕਲਰਕ ਹੁੰਦਾ ਉਹ ਤੱਕ ਇੰਗਲਿਸ਼ ਕੰਪਲੀਟ ਕਰ ਸਕਦਾ ਜਾਂ ਨਹੀਂ ਕਰ ਸਕਦਾ, ਦੱਸੋ ਆਈਡੀਆ ਕਿੰਨੀ ਕਲਾਸਿਕ ਨੇ, ਮੈਂ ਜੁਆਇਨ ਕਰਨ ਲਈ ਰੈਡੀ ਹਾਂ ਪੇਡ ਕੋਰਸ ਬਟ ਇੰਗਲਿਸ਼ ਵਧੀਆ ਸਕੋਰ ਕਰਾਂ, ਠੀਕ ਹੈ। ਚਲੋ ਇਹਨੇ ਕਿਹਾ ਵੀ ਮੈਂ ਮੰਜ਼ਿਲ ਬੈਚ ਜੁਆਇਨ ਕਰ ਲੂੰਗਾ ਲੇਕਿਨ ਮੈਨੂੰ ਤੁਸੀਂ ਇਹ ਦੱਸ ਦਿਓ ਵੀ ਮੈਂ ਕਰ ਪਾਊਂਗਾ ਜਾਂ ਨਹੀਂ ਕਰ ਪਾਊਂਗਾ 26/6 ਤੋਂ ਪਹਿਲਾਂ। ਤੀਸਰੀ ਚੀਜ਼, ਮੈਂ ਤੁਹਾਡੀ POE की ਬੁੱਕ ਵੀ ਪਰਚੇਜ਼ ਕੀਤੀ ਹੋਈ ਹੈ, ਠੀਕ ਹੈ। ਮੈਨੂੰ ਲੱਗਦਾ ਪੰਜਾਬ 'ਚ ਮੈਕਸਿਮਮ ਸਟੂਡੈਂਟਸ ਦੀ ਕਾਮਨ ਪ੍ਰੋਬਲਮ ਹੋਊਗੀ, ਤੁਸੀਂ ਰਿਲੇਟ ਕਰ ਪਾ ਰਹੇ ਹੋਗੇ। ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਲੈਵਲਸ ਆਫ ਪ੍ਰੈਪਰੇਸ਼ਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ। ਸੈਕਿੰਡ ਚੀਜ਼ ਜਿਹੜੀ ਹੈਗੀ ਹੈ 2 months ਵਰਸਿਸ ਫੁੱਲ ਲੈਂਥ ਪ੍ਰੈਪਰੇਸ਼ਨ। ਤੀਸਰੀ ਚੀਜ਼ ਵੀ ਇੱਕ ਟੀਚਰ ਨੂੰ ਫੋਲੋ ਕਰ ਰਹੇ ਹੋ, ਮਲਟੀਪਲ ਟੀਚਰਸ ਨੂੰ ਫੋਲੋ ਕਰ ਰਹੇ ਹੋ, ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਉਹ ਵੀ ਤੁਹਾਨੂੰ ਦੱਸੂਗਾ। ਸਭ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਵੀ ਲੈਵਲਸ ਕੀ ਹੁੰਦੇ ਨੇ ਜੀ, ਠੀਕ ਹੈ। ਸਭ ਤੋਂ ਪਹਿਲਾ ਲੈਵਲ ਹੈ ਵੀ 0 ਲੈਵਲ, ਵੀ ਮੈਨੂੰ ਲੈਂਗੁਏਜ ਦਾ ਕੁਝ ਵੀ ਨਹੀਂ ਆਉਂਦਾ ਜੀ, ਠੀਕ ਹੈ। ਉਸ ਸਟੂਡੈਂਟ ਨੂੰ ਕੀ ਕਰਨਾ ਚਾਹੀਦਾ, ਤੁਸੀਂ ਆਪਣਾ ਲੈਵਲ ਆਪਣੇ ਅਕੋਰਡਿੰਗ ਦੇਖ ਲਿਓ। ਉਸ ਸਟੂਡੈਂਟ ਨੂੰ ਪਹਿਲਾਂ ਬੇਸਿਕਸ ਤੇ ਜ਼ੋਰ ਦੇਣਾ ਚਾਹੀਦਾ। ਬੇਸਿਕਸ ਦਾ ਮਤਲਬ ਮੈਂ ਬੇਸਿਕਸ ਨੂੰ ਕੀ ਸਮਝਦਾ ਜੀ। ਬੇਸਿਕਸ ਦਾ ਮਤਲਬ ਹੈ ਕਿ ਜਿਵੇਂ ਨਾਊਨ ਹੋ ਗਿਆ, ਪ੍ਰੋਨਾਊਨ ਹੋ ਗਿਆ, ਵਰਬ ਹੋ ਗਿਆ, ਐਡਜੈਕਟਿਵ ਹੋ ਗਿਆ, ਐਡਵਰਬ ਹੋ ਗਿਆ, ਉਹਦੇ ਵਿੱਚ ਪ੍ਰੈਪੋਜੀਸ਼ਨ ਹੋ ਗਿਆ ਤੇ ਤੁਹਾਡਾ ਕੰਜੰਕਸ਼ਨ ਹੋ ਗਿਆ। ਇੰਟਰਜੈਕਸ਼ਨ ਦੇ ਕੁਐਸਚਨ ਬਹੁਤ ਘੱਟ ਪੁੱਛੇ ਜਾਂਦੇ ਨੇ, ਤੁਹਾਨੂੰ ਛੱਡ ਦਿਓ ਵੀ ਇਹਨਾਂ ਦੀ ਡੈਫੀਨੇਸ਼ਨ ਪੜ੍ਹ ਲਈ ਆਪਾਂ, ਠੀਕ ਹੈ। ਇਹਨਾਂ ਦੀ ਕੀ ਪੜ੍ਹ ਲਈ ਆਪਾਂ, ਡੈਫੀਨੇਸ਼ਨ ਪੜ੍ਹ ਲਈ ਆਪਾਂ। ਅਗਰ ਡੈਫੀਨੇਸ਼ਨ ਪੜ੍ਹ ਲਈ ਤਾਂ ਜਿਹੜੇ ਸੈਂਟੈਂਸ, ਜਿਵੇਂ ਸੈਂਟੈਂਸ ਲਿਖਿਆ ਹੋਇਆ ਹੁਣ ਇਹਦੇ ਵਿੱਚ ਬਟ ਲਿਖਿਆ ਹੋਇਆ, ਤੁਹਾਨੂੰ ਬਟ ਪਤਾ ਚੱਲ ਗਿਆ ਵੀ ਇਹ ਕੰਜੰਕਸ਼ਨ ਹੈ, ਠੀਕ ਹੈ। ਐਵੇਂ ਹੀ ਤੁਹਾਨੂੰ ਅਗਰ ਨਾਊਨ ਪੜ੍ਹਿਆ ਤਾਂ ਤੁਹਾਨੂੰ ਨਾਊਨ ਸੈਂਟੈਂਸ ਦੇ ਵਿੱਚ ਮੈਂ ਤੁਹਾਨੂੰ ਪੁੱਛਾਂ ਵੀ ਕਿਹੜਾ ਨਾਊਨ ਹੈ ਤਾਂ ਤੁਹਾਨੂੰ ਨਾਊਨ ਰਿਕੋਗਨਾਈਜ਼ ਕਰਨਾ ਆਉਣਾ ਚਾਹੀਦਾ ਜੀ। ਕਿਉਂਕਿ ਜਦੋਂ ਵੀ ਆਪਾਂ ਕਿਸੇ ਵੀ ਚੀਜ਼ ਨੂੰ ਡਿਫਾਈਨ ਕਰਦੇ ਹਾਂ ਤਾਂ ਉਹ ਕਿੱਥੇ ਐਪਲੀਕੇਬਲ, ਉਹਦੀ ਐਪਲੀਕੇਸ਼ਨ ਕੀ ਹੈ ਉਹ ਵੀ ਆਉਣੀ ਚਾਹੀਦੀ ਹੈ। ਕਿਉਂਕਿ ਐਗਜ਼ਾਮ ਅੱਜ ਕੱਲ੍ਹ ਐਪਲੀਕੇਸ਼ਨ ਬੇਸਡ ਹੈ, ਡੈਫੀਨੇਸ਼ਨ ਬੇਸਡ ਨਹੀਂ ਹੈ। ਆਪਾਂ ਨੂੰ ਸਮਝਣ ਨੂੰ ਮਿਲੂਗਾ। ਮੈਂ ਹੁਣੀ ਇੱਕ ਚੀਜ਼ ਲਿਖੀ ਸੀ, ਮੈਂ ਲਿਖਿਆ ਦ ਮੋਸਟ ਕਾਮਨ ਪ੍ਰੋਬਲਮਸ ਆਫ ਮੋਸਟ ਐਸਪੀਰੈਂਟਸ। ਅਗਰ ਮੈਂ ਤੁਹਾਨੂੰ ਪੁੱਛਾਂ ਕਿ ਇਹ ਮੋਸਟ ਦੇ ਨਾਲ ਆਪਾਂ ਦੀ ਆਰਟੀਕਲ ਲਾਤਾ ਲੇਕਿਨ ਆਹ ਮੋਸਟ ਦੇ ਨਾਲ ਦੀ ਆਰਟੀਕਲ ਨਹੀਂ ਲਾਇਆ, ਆਪਾਂ ਤਾਂ ਪੜ੍ਹਿਆ ਕਿ ਮੋਸਟ ਦੇ ਨਾਲ ਦੀ ਆਰਟੀਕਲ ਲਾਣਾ, ਆਪਾਂ ਪੜ੍ਹ ਲਿਆ ਵੀ ਲੇਕਿਨ ਉਰੇ ਕਿਉਂ ਨਹੀਂ ਲੱਗ ਰਿਹਾ, ਇਹਦੇ ਨਾਲ ਕਿਉਂ ਨਹੀਂ ਲੱਗਿਆ, ਕਿਉਂਕਿ ਦੋਵਾਂ ਦੇ ਪਾਰਟਸ ਆਫ ਸਪੀਚ ਡਿਫਰੈਂਸ ਹੈ। ਅਗਰ ਮੈਂ ਤੁਹਾਨੂੰ ਪੁੱਛਾਂ ਕਿ ਇਹਦਾ ਪਾਰਟਸ ਆਫ ਸਪੀਚ ਕੀ ਹੈ, ਇਹਦਾ ਕੀ ਹੈ, ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਵੀ ਆਹ ਪ੍ਰੋਬਲਮ ਕੀ ਹੈ। ਮੈਂ ਤੁਹਾਨੂੰ ਪੁੱਛਾਂ ਇਹ ਵਰਬ ਹੈ ਨਾਊਨ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਅਗਰ ਤੁਸੀਂ ਇਹ ਚੀਜ਼ਾਂ ਰੈਕੋਗਨਾਈਜ਼ ਕਰ ਪਾ ਰਹੇ ਹੋ ਤਾਂ ਹੀ ਤੁਸੀਂ ਐਗਜ਼ਾਮ ਪੇਪਰ ਸੋਲਵ ਕਰ ਪਾਓਗੇ। ਮੈਂ ਹੁਣ ਇਹੀ ਕੁਐਸਚਨ ਬਣਾ ਕੇ ਪਾਇਆ ਹੋਇਆ ਜੀ, ਠੀਕ ਹੈ। ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦਿਖਾ ਰਿਹਾ ਨਾ। ਹੁਣ ਕੀ ਇਹ ਕੁਐਸਚਨ ਬਣ ਨਹੀਂ ਸਕਦਾ ਐਗਜ਼ਾਮ 'ਚ, ਦੱਸੋ। ਇਹਦੇ ਬੇਸਿਸ ਤੇ ਅੱਜ ਹੀ ਮੈਂ ਕੁਐਸਚਨ ਬਣਾ ਕੇ ਪਾਇਆ, ਆਹ ਕੁਐਸਚਨ ਬਣਾ ਕੇ ਪਾਇਆ ਵੀ ਕਿੱਥੇ ਦੀ ਆਰਟੀਕਲ ਲੱਗੂ ਕਿੱਥੇ ਨਹੀਂ ਲੱਗੂ। ਉਹ ਬੱਚੇ ਤਾਂ ਹੀ ਹੋ ਪਾਊਗਾ ਅਗਰ ਆਪਣੇ ਬੇਸਿਕਸ ਕਲੀਅਰ ਹੋਣਗੇ। ਹੈਗਾ ਤਾਂ ਆਰਟੀਕਲ ਦਾ ਕੁਐਸਚਨ ਹੈ ਲੇਕਿਨ ਆਰਟੀਕਲ ਉਦੋਂ ਸਮਝ ਆਊਗਾ ਜਦੋਂ ਆਪਾਂ ਨੂੰ ਇਹਨਾਂ ਦੋਵਾਂ ਦਾ ਪਾਰਟਸ ਆਫ ਸਪੀਚ ਪਤਾ ਹੋਊਗਾ। ਅਦਰਵਾਈਜ਼ ਆਪਾਂ ਆਰਟੀਕਲ ਨਹੀਂ ਕਰ ਪਾਵਾਂਗੇ ਕੁਐਸਚਨ। ਬੇਸਿਕ ਸਮਝ ਆ ਗਈ। ਦਿਸ ਇਜ਼ ਕਾਲਡ ਬੇਸਿਕਸ ਅਕੋਰਡਿੰਗ ਟੂ ਮੀ, ਹੈ ਨਾ। ਇਨ ਮਾਈ ਓਪੀਨੀਅਨ ਦੀਜ਼ ਆਰ ਕਾਲਡ ਬੇਸਿਕਸ। ਬੇਸਿਕਸ ਕਵਰ ਕਰ ਲਏ ਜੀ। ਉਦੋਂ ਬਾਅਦ ਕੀ ਹੈ ਜੀ, ਸਿਲੇਬਸ ਨਹੀਂ ਕਵਰ ਕੀਤਾ। ਹੁਣ ਕੀ ਹੈ, ਆਪਾਂ ਜਿਵੇਂ ਬੇਸਿਕਸ ਕਵਰ ਕਰ ਲਿਆ, ਆਪਾਂ ਦੇਖ ਲਿਆ ਵੀ ਮੋਸਟ ਵੀ ਕੀ ਹੈ, ਇਹ ਐਡਜੈਕਟਿਵ ਹੈ, ਐਡਵਰਬ ਹੈ, ਇਹ ਪਤਾ ਲੱਗ ਗਿਆ ਆਪਾਂ ਨੂੰ। ਲੇਕਿਨ ਉਹਦੀ ਐਪਲੀਕੇਸ਼ਨ ਕੀ ਹੈ, ਉਹਦੇ ਬੇਸਿਸ ਤੇ ਆਰਟੀਕਲ ਦਾ ਕੁਐਸਚਨ ਵੀ ਡਿਜ਼ਾਈਨ ਹੋ ਸਕਦਾ। ਇਹ ਤਾਂ ਸਿਲੇਬਸ ਹੀ ਕਵਰ ਹੋਊਗਾ, ਇਹ ਬੇਸਿਕਸ ਥੋੜੀ ਕਵਰ ਹੋਊਗਾ। ਬੇਸਿਕਸ ਤਾਂ ਤੁਹਾਨੂੰ ਇਹ ਸਿਖਾ ਸਕਦਾ ਵੀ ਜਿਹੜਾ ਮੋਸਟ ਹੁੰਦਾ ਇਹ ਐਡਜੈਕਟਿਵ ਵੀ ਹੋ ਸਕਦਾ, ਇਹ ਐਡਵਰਬ ਵੀ ਹੋ ਸਕਦਾ, ਡਿਟਰਮੀਨਰ ਵੀ ਹੋ ਸਕਦਾ, ਇਹ ਸਿਖਾਊਗਾ। ਲੇਕਿਨ ਉਸ ਬੇਸਿਸ ਤੇ ਐਗਜ਼ਾਮ 'ਚ ਕਿਵੇਂ ਕੁਐਸਚਨ ਆਉਣਗੇ ਉਹ ਤਾਂ ਸਿਲੇਬਸ ਹੀ ਦੱਸਿਆ ਜਾਊਗਾ ਅਕੋਰਡਿੰਗ ਟੂ ਦ ਕੰਪੀਟੀਸ਼ਨ। That is called syllabus, covering the syllabus। ਇੰਨੀ ਗੱਲ ਸਮਝ ਆ ਗਈ, ਯੈਸ ਔਰ ਨੋ, ਠੀਕ ਹੈ ਜੀ। ਆਪਾਂ ਨੂੰ ਗੱਲ ਪਤਾ ਲੱਗ ਗਈ ਤਾਂ ਸਭ ਤੋਂ ਪਹਿਲਾਂ ਬੇਸਿਕਸ ਕਵਰ ਕਰਨਾ ਹੈ। ਸੈਕਿੰਡ ਸਟੈਪ ਇਜ਼ ਕਵਰਿੰਗ ਦਾ ਸਿਲੇਬਸ। ਸਪੋਜ਼ ਕਰ ਲਓ ਤੁਸੀਂ ਬੇਸਿਕਸ ਵੀ ਕਵਰ ਕਰ ਲਏ, ਸਿਲੇਬਸ ਵੀ ਕਵਰ ਕਰ ਲਿਆ।
लेकिन हुण सिलेबस करन तो बाद प्रैक्टिस भी करनी है जी, क्योंकि अपना दिमाग तो उदों ही काम करूँगा ना जो आप खुद प्रैक्टिस करांगे। टीचर ने तो करवाया आप नोट कर लिया, तो हाँ दे हाँ 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 मिलाती, समझ भी आ गया। लेकिन जो जी चीज़ समझ आई है तो जो तक उन्होंने अप्लाई नहीं करांगे फिर इन्फॉर्मेशन तो नॉलेज किमें बनूगी जो तक आप अपना दिमाग नहीं यूज़ करांगे। तो उस तो बाद चैप्टर वाइज प्रैक्टिस करनी है जी। स्टूडेंट्स ज़्यादातर की करते हैं जी, बहुत सारे स्टूडेंट्स ने ਜਿਹੜੇ एक्साइज तो बाद कह रहे हैं कि सर मैं मतलब मंजिल बैच भी ज्वाइन किया होया है, मैं सारा कुछ कर लिया लेकिन नंबर नहीं बने। मैं पूछा भी कोई दिक्कत नहीं है, सॉल्व करांगे थोड़ी ਜਿਹੜੀ भी प्रॉब्लम है। भी किन्नी क्लासा कर लिया, कहते जी 20 क्लासा कर लिया। सिलेबस तो अजे 20% किया है ना, 20 क्लासा ही कीतियां ने अजे, लेकिन आप एक्सपैक्ट कर रहे हैं कि सारा कुछ अपन नंबर मिल जाए, नहीं हो पाएगा क्योंकि आप हजे 20 क्लासेस तो आही स्टेज के खड़े हैं जी। आप तो हजे पूरा सिलेबस भी नहीं कवर किया, पहला पूरा सिलेबस कवर करांगे, नाल जिहड़ा चैप्टर हो गया वो चैप्टर वाइज प्रैक्टिस करांगे। दिस इज़ द स्टैंडर्ड प्रोसीजर टू लर्न एनी लैंग्वेज फॉर एनी कॉम्पीटेटिव एग्जाम्स, है ना। तो वो कर लिया, उदों बाद बेसिक अंडरस्टैंडिंग भी कर ली, फिर तुसी सिलेबस भी कवर कर लिया, चैप्टर वाइज प्रैक्टिस भी कर ली। उत्थे भी कहानी खत्म नहीं होंदी क्योंकि चैप्टर वाइज दे विच तां की है, सपोज कर लो भी तुहानूं पता है कि नाउन दी तुसी शीट ला रहे हो, ਉਹਦੇ ਵਿੱਚ 70 क्वेश्चन ने या 50 क्वेश्चन ने, ਤੁਹਾਨੂੰ पता है यार कि सारे क्वेश्चन नाउन 'ਚ ही दिक्कत है, वो तो माइंड ਦੇ ਵਿੱਚ ਹੈਗਾ, ਉਹਦਾ ਪਤਾ ਵੀ ਹਾਂ ਜਲਦੀ ਜਲਦੀ ਆਪਾਂ ਸਾਰੇ ਸੋਲਵ ਕਰ ਦਾਂਗੇ। ਲੇਕਿਨ ਜਦੋਂ ਮਿਕਸਡ ਪ੍ਰੈਕਟਿਸ ਦੇ ਵਿੱਚ ਕੀ ਹੋਊਗਾ, ਇੱਕ ਸੈਂਟੈਂਸ ਦੇਤਾ, ਹੁਣ ਇਹਦੇ ਵਿੱਚ ਨਹੀਂ ਨਾ ਪਤਾ ਕਿ ਨਾउन ਦੇ ਵਿੱਚ ਗਲਤੀ ਹੈ, ਪ੍ਰੋਨਾउन 'ਚ ਗਲਤੀ ਹੈ, ਐਡਜੈਕਟਿਵ 'ਚ ਗਲਤੀ ਹੈ, ਪ੍ਰੋਨਾउन 'ਚ ਪ੍ਰੈਪੋਜੀਸ਼ਨ 'ਚ ਗਲਤੀ ਹੈ, ਕੰਜੰਕਸ਼ਨ 'ਚ ਗਲਤੀ ਹੈ। ਉੱਥੇ ਪੇਪਰ ਜਿਹੜਾ ਆਊਗਾ ਉੱਥੇ ਚੈਪਟਰ ਵਾਈਜ਼ ਆਊਗਾ ਜਾਂ ਮਿਕਸਡ ਆਊਗਾ, ਤਾਂ ਅਲਟੀਮੇਟਲੀ ਆਪਾਂ ਨੂੰ ਕੀ ਕਰਨਾ ਪਊਗਾ, ਮਿਕਸਡ ਪ੍ਰੈਕਟਿਸ ਕਰਨੀ ਪਊਗੀ। ਇਸੇ ਕਰਕੇ ਮਿਕਸਡ ਪ੍ਰੈਕਟਿਸ ਜ਼ਰੂਰੀ ਹੈ ਕਿਉਂਕਿ ਪੇਪਰ ਮਿਕਸਡ ਪ੍ਰੈਕਟਿਸ ਪੁੱਛਦਾ, ਪੇਪਰ ਕਦੇ ਵੀ ਚੈਪਟਰ ਵਾਈਜ਼ ਨਹੀਂ ਪੁੱਛਦਾ, ਪੁੱਛਿਆ ਅਜੇ ਤੱਕ ਨਹੀਂ ਪੁੱਛਦਾ, ਨਾ ਉਹ ਪੁੱਛੇ। ਤਾਂ ਇਸ ਕਰਕੇ ਮਿਕਸਡ ਜ਼ਰੂਰੀ ਹੈ ਜੀ। फिर लास्ट स्टैप, हूँ कुछ स्टूडेंट्स कहते हैं कि सर असी तो बेसिक अंडरस्टैंडिंग भी हैगी है जी, साडी सिलेबस भी तैयार है, असी चैप्टर वाइज भी नाल किया, असी मिक्सड भी कर लिया जी। फिर मेरे हिसाब नाल जी एक कोई प्रॉब्लम है वो हैगी है जी टीचर दी। एंड आई एम नॉट सेइंग कि वो टीचर जिहड़े हैगे ने वधिया ने या घटिया ने, टीचर अपने वालों पूरे एफर्ट्स लगाते हैं जी। मेन जिहड़ी प्रॉब्लम आती है जी वो आती है ट्यूनिंग की, है ना। भी सपोज करो कि ए ते बी आपस के फोन पर गल कर रहे हैं, ठीक है, ए को इन्फॉर्मेशन है जो बी नूं पहुंचानी है जी, ठीक है, लेकिन बी उस इन्फॉर्मेशन नूं समझ नहीं पाया जी जो उन्हें कहा, ठीक है, कि ए को उस इन्फॉर्मेशन होने का कोई फायदा होया नहीं होया, तो इन्हों कहते हैं लैक ऑफ कम्युनिकेशन, है ना। तो कम्युनिकेशन बैरीयर, तो जिथे लैक ऑफ कम्युनिकेशन आ जाए, जिथे ट्यूनिंग प्रॉब्लम आ जाए, फिर नॉलेज जिन्नी मर्जी, इन्फॉर्मेशन जिन्नी मर्जी है, वो सारी चीज़ां इररिलेवेंट हो जाती हैं जी उस चीज़। तो पहली प्रॉब्लम यही आ सकती है। दूसरी प्रॉब्लम की आ सकती है भी वो टीचर वो एग्जाम स्पैसीफिक है नहीं या नहीं है, वो एग्जाम के लिए रेलेवेंट पढ़ा रहे हैं या नहीं पढ़ा रहे। ਹੁਣ ਤੁਸੀਂ ਕੋਈ ਸਪੋਜ਼ ਕਰੋ ਕੋਈ ਟੀਚਰ ਨੇ, ਹੈ ਨਾ, ਹੁਣ ਤੁਸੀਂ ਪੰਜਾਬ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤੁਸੀਂ PEET+B ਦੀ ਤਿਆਰੀ ਕਰ ਰਹੇ ਹੋ, ਤੁਹਾਨੂੰ ਪਤਾ ਵੀ PEET+B ਇਹ ਜਿਹੇ ਕੁਐਸਚਨ ਪੁੱਛਦੇ ਨੇ, ਉਹ ਟੀਚਰ ਬੈਂਕਿੰਗ ਲਈ ਪੜ੍ਹਾ ਰਹੇ ਹੋਣ, ਬੈਂਕਿੰਗ ਦਾ ਉਦੋਂ ਲੈਵਲ ਉੱਚਾ ਹੀ ਹੈ, ਉਦੋਂ ਵਧੀਆ ਟੀਚਰ ਹੀ ਤੁਸੀਂ ਉਹਨਾਂ ਤੋਂ ਹੀ ਪੜ੍ਹ ਰਹੇ ਹੋਗੇ, ਲੇਕਿਨ ਆਪਾਂ ਨੂੰ ਉਸ ਚੀਜ਼ ਦੀ ਲੋੜ ਨਹੀਂ ਹੈ ਨਾ ਯਾਰ, ਹੈ ਨਾ। ਤਾਂ ਇਸ ਕਰਕੇ ਰੈਲੇਵੈਂਸੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਠੀਕ ਹੈ। ਤਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਐਕਸਾਈਜ਼ ਮੈਂ ਤੁਹਾਨੂੰ ਉਹ ਵੀਡੀਓ 'ਚ ਵੀ ਦਿਖਾਇਆ, ਮੈਂ ਤੁਹਾਨੂੰ ਇਸ 'ਚ ਵੀ ਦਿਖਾ ਸਕਦਾ, ਜਿਵੇਂ ਦੇਖੋ ਸੇਮ ਕੁਐਸਚਨ, ਆਲਮੋਸਟ ਸੇਮ ਕੁਐਸਚਨ ਆਇਆ ਜੀ, ठीक है, आ सेम क्वेश्चन है, आ भी सेम क्वेश्चन है, ठीक है, आ वाला तुम देखोगे सेम चीज़ क्लास कवर है। तो इसे करके मैं SSC छड्डिया सी जी, मैं भी क्योंकि पंजाब के स्टूडेंट्स को कवर करना सी, जिहड़ा पंजाब दे विच पूछा जा रहा भी कोई कच्च ना रह जाए, तो इसे करके मेरा मेन मोटिव ही। तो रेलेवेंसी जरूरी है तो ट्यूनिंग जरूरी है। अगर ये दो चीज़ां फेल ने तो उत्थे तक पहुँच के ये दो कारण हो सकते हैं भी थोड़ा हजे तक रिजल्ट नहीं आया। हुण अगर तुसीं सही तरीके नाल स्टैंडर्ड तैयारी करनी है तो आह पूरा करना पऊगा जी। एंड मैनू लगता है भी इनू सारा कुछ चंगे तरीके नाल करन लई भी 3 ਤੋਂ 4 महीने सफिशिएंट ने जी। अगर तुसीं डेडिकेशन दे नाल, कंसिस्टेंसी दे नाल, परसेवरेंस दे नाल कर रहे हो, लगे हुए हो, डेली टाइम दे रहे हो। अगर तुसीं सोचा भी यार हफ्ते 'ਚ 1-2 दिन अंग्रेजी पढ़ लेने आ, फिर नहीं हो पाता जी, फिर साल भी निकल जे, फिर वैलिडिटियां एक्सटेंड कर लवा लो जी, आ कर लो जी, किते होर ज्वाइन करके देख लो। बैच तो ज्वाइन किया सी, जिम 'ਚ ਤਾਂ चले गए, फीस तो देती, लेकिन जो तक डंबल नहीं चंगोगे किवें गल बनू। तो इस करके जरूरी है जी डेडिकेशन ते कंसिस्टेंसी ते एक्टिवनेस। तो तुसीं भी उन्हें एक्टिव होने चाहिए हो, ये सारी चीज़ां कर सकते हो। एंड दिस इज़ अबाउट ग्रामर, ठीक है। नाउ वोकैब ये पैरल चलूगी जी। एक चीज़ का ध्यान रखना, बहुत सारे स्टूडेंट्स सोचते हैं भी पहला असीं ग्रामर कवर कर लीए फिर वोकैब कवर कर लीए, नहीं, क्योंकि 12 नंबर के 4 नंबर तो वोकैब ही पूछी जानी है, 4 नंबर तो तुसीं सीधा ही छड्डते, अगर तुसीं सीधा ही इहदे पिछे पै गए। तो पैरल ही वोकैब करनी है, नाल वोकैब करनी है। अगर तुसीं डेली 1 घंटा ग्रामर नूं दे रहे हो तो डेली 1 घंटा वोकैब नूं भी दो, ठीक है। एक चीज़ का ध्यान रखना जी। उस तो बाद हुण आ टाइम तुहानूं पता भी 4 महीने चाहिए ने जी, ठीक है। तो इट इज़ नैवर टू लेट टू स्टार्ट अफ्रैश, है ना। मैं हमेशा ये चीज़ कहना जी, ठीक है। तुसीं शुरू कर सकते हो, बहुत वधिया तरीके नाल शुरू कर सकते हो।
ਹੁਣ ਜਿਹੜੇ ਸਟੂਡੈਂਟ ਕਹਿੰਦਾ ਵੀ ਮੈਂ ਤਾਂ ਵੀ ਇਹ ਕਲਰਕ ਵਾਸਤੇ ਪੜ੍ਹ ਰਿਹਾ ਹਾਂ, ਵੀ ਮੈਂ ਕਲਰਕ ਵਾਸਤੇ ਤਿਆਰੀ ਕਰਨੀ ਹੈ, ਹੁਣ 1 ਮਹੀਨੇ 'ਚ ਸਾਰਾ ਸਿਲੇਬਸ ਕਰਨਾ ਡਿਫਿਕਲਟ ਹੈ ਜੀ। ਮੈਂ ਨਹੀਂ ਕਹਿ ਰਿਹਾ ਇੰਪੋਸੀਬਲ ਹੈ, ਬਹੁਤ ਸਾਰੇ ਮੈਂ ਇਹੋ ਜਿਹੇ ਸਟੂਡੈਂਟ ਦਿਖਾਉਂਦਾ 1 ਮਹੀਨੇ 'ਚ ਉਹਨਾਂ ਨੇ ਸਾਰਾ ਮੰਜ਼ਿਲ ਬਚ ਖਤਮ ਕਰਤਾ। ਇਹੋ ਜਿਹੇ ਸਟੂਡੈਂਟ ਵੀ ਨੇ 1.5 ਸਾਲ ਹੋ ਗਿਆ 20 ਕਲਾਸਾਂ ਵੀ ਨਹੀਂ ਕੀਤੀਆਂ, ਉਹੀ ਚੀਜ਼ ਠੀਕ ਹੈ। ਤਾਂ ਇਹਦਾ ਆਪਣੀ ਆਪਣੀ ਭੁੱਖ ਹੈ, ਆਪਣੀ ਆਪਣੀ ਡੈਡੀਕੇਸ਼ਨ ਹੈ। ਹੁਣ ਫੁੱਲ ਲੈਂਥ ਦਾ ਤਾਂ ਮੈਂ ਤੁਹਾਨੂੰ ਸਾਰਾ ਸਮਝਾਤਾ ਜੀ। ਹੁਣ ਮੈਂ ਤੁਹਾਨੂੰ 2 ਮਹੀਨੇ ਦੀ ਪ੍ਰੀਪਰੇਸ਼ਨ ਦੱਸ ਦਿੰਦਾ ਜੀ। 2 ਮਹੀਨੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ, ਬੇਸਿਕਸ ਕਵਰ ਕਰ ਸਕਦੇ ਹਾਂ। ਬੇਸਿਕਸ ਮੈਂ ਤੁਹਾਨੂੰ ਸਮਝਾਤਾ, ਡੈਫੀਨੇਸ਼ਨਸ ਪਲੱਸ देयर ਐਪਲੀਕੇਸ਼ਨਸ ਅਕੋਰਡਿੰਗ ਟੂ ਦ ਕੰਟੈਕਸਟ, ਤੁਹਾਨੂੰ ਇਹ ਆਉਣਾ ਚਾਹੀਦਾ ਜੀ ਠੀਕ ਹੈ। ਕਿੱਥੋਂ ਮਰਜ਼ੀ ਕਰੋ, ਸਾਡੇ ਤੋਂ ਕਰਨਾ ਹੈ, पेड बैच करना है, मंजिल बैच कर सकते हो, फ्री करना है तो 8 घंटे की एक मैराथन है, वो 8 घंटे की मैराथन चंगे तरीके कर लो, काफ़ी हद तक चीज़ें जो थोड़ा क्लीयर हो जाएगी ठीक है। हुण दैन सिलेक्टेड टॉपिक्स कर लो, क्योंकि सारा तो कर नहीं सकते। एंड मैं थोड़ा दोबारा चीज़ दस देना भी सिलेक्टेड टॉपिक्स वर्गा कुछ होंगे नहीं। चंगे ग्रामर कैम्ब्रिज की कोई किताब पढ़ोगे, रेमंड मर्फी की किताब आती है जी अंग्रेजी की ठीक है, वो तुम किताब पढ़ोगे, हर किताब के ना नीचे पेज नंबर पाया होंगे। अगर तुम 29वें पेज से उन्होंने पाया होगा 56वां पेज, क्यों 29वें तो 56वां पेज आपस में इंटरलिंक कर रहे हैं। एग्जाम्पल फॉर एग्जाम्पल हुण आह ਉਹੀ ਚੀਜ਼ ਹੈ ਨਾ। ਹੁਣ ਵੀ ਹੁਣ ਸਪੋਜ਼ ਕਰੋ ਵੀ ਉਹਦੇ ਦੀ ਨਹੀਂ ਲੱਗਿਆ ਠੀਕ ਹੈ। ਹੁਣ ਇਹ ਜਿਹੜਾ ਸੈਂਟੈਂਸ ਹੈ ਇਹਦੀ ਜਿਹੜੀ ਕਰਾਇਆ ਜਾਊਗਾ, ਕਿੱਥੇ ਕਰਾਇਆ ਜਾਊਗਾ, ਆਰਟੀਕਲ ਦੇ ਚੈਪਟਰਸ ਕਰਾਇਆ ਜਾਊਗਾ। ਲੇਕਿਨ ਆਰਟੀਕਲ ਦੇ ਚੈਪਟਰਸ ਨੂੰ ਇਹ ਥੋੜੀ ਸਮਝਾਇਆ ਜਾਊਗਾ, ਇਹ ਚੀਜ਼ ਕਿੱਥੇ ਸਮਝਾਈ ਜਾਊਗੀ, ਐਡਜੈਕਟਿਵ ਐਡਵਰਬ ਦੇ ਵਿੱਚ। ਤਾਂ ਜਦੋਂ ਤੁਸੀਂ ਐਡਜੈਕਟਿਵ ਐਡਵਰਬ ਨਹੀਂ ਪੜ੍ਹਿਆ ਹੁੰਦਾ, ਫਿਰ ਤੁਸੀਂ ਸਿੱਧਾ ਇਹਦੀ ਪ੍ਰੈਕਟਿਸ ਨਹੀਂ ਕਰ ਪਾਓਗੇ। ਤਾਂ ਡਾਇਰੈਕਟ ਤੁਸੀਂ ਸਪੈਸੀਫਿਕ ਟੌਪਿਕ ਪੜ੍ਹਦੇ ਹੋ, ਨਾਲ ਫਾਇਦੇ ਘੱਟ ਹੁੰਦੇ ਨੇ ਜੀ। ਫਿਰ ਉੱਥੇ ਆਹ ਚੀਜ਼ਾਂ ਹੁੰਦੀਆਂ ਨੇ ਜੀ। ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਵੀ ਆਨਸਰ ਤਾਂ ਮੈਂ ਕਰਾਇਆ, ਘੱਟ ਪੜ੍ਹਿਆ, ਵੱਧ ਪੜ੍ਹਿਆ, ਤੁੱਕਾ ਮਾਰਿਆ, ਇਹ ਕਰਿਆ, ਫਿਰ ਉੱਥੇ ਆਹ ਚੀਜ਼ਾਂ ਚੱਲਦੀਆਂ ਨੇ ਜੀ ठीक है। तो स्टैंडर्ड अगर फॉलो नहीं करते तो दिक्कतें आती, लेकिन हम कर नहीं सकते। तो मैं दसता जी 8 घंटे की वीडियो फॉलो कर लो, काफ़ी हद तक कवर कर लोगे। उदों बाद पंजाब के अकॉर्डिंग मैं तुहानूं दस रहा किहड़े टॉपिक्स करने ने जी, टेंस, कंडीशनल्स, एक्टिव पैसिव, नरेशन, प्रैपोजिशन ते सब्जेक्ट वर्ब एग्रीमेंट। लेकिन टेंस नूं पढ़न वास्ते पहला वर्ब आनी चाहिए है ना, प्रैपोजिशन पढ़न वास्ते वर्ब आनी चाहिए, नरेशन पढ़न वास्ते वर्ब आनी चाहिए, वॉइस सब्जेक्ट वर्ब एग्रीमेंट वर्ब आनी चाहिए, इहनूं पढ़न वास्ते तुहानूं नाउन आना चाहिए, प्रोनाउन आना चाहिए, डिटरमिनर आना चाहिए। फिर भी जिवें तुसीं मैं तुहानूं दसदा इंपॉर्टेंट टॉपिक्स ये ने जिहदे चों पुछिआ जांदा, लेकिन इहनूं पढ़न वास्ते दूसरे टॉपिक्स भी लोड़ पैंदी है। स्टिल इफ यू वांट टू कवर यू कैन कवर दिस वे। तो यह तुसीं बड़े वधिया तरीके नाल 1-2 महीने दे विच आ चीज़ां कर सकदे हो। जिहड़े स्टूडेंट ने स्टैंडर्ड तैयारी करनी है ना, भी मैनूं कोई चक्कर नहीं, एग्जाम हैगा नहीं हैगा, भी मैं तो वधिया तरीके नाल तैयारी करनी है, फिर बच्चे आह चीज़ फॉलो कर लो, कदे जिंदगी च मार नहीं खाओगे ठीक है। जो मर्जी करो, थोड़ी मर्जी है।